ਸਭ ਤੋਂ ਪਹਿਲਾਂ ਤਾਂ ਵੈਲਕਮ ਹੋਣੀ ਕਰ ਚੁੱਕੇ ਪਰ ਸਭ ਸਾਰੇ ਮੀਡੀਆ ਦੇ ਸਾਥੀਆਂ ਦਾ ਤੇ ਧੰਨਵਾਦ ਪਰ ਸਭ ਤੁਸੀਂ ਗੱਲ ਰੱਖੀ। ਦੇਖੋ, ਤਿੰਨ ਮੁੱਦੇ ਜੋ ਅੱਜ ਮੇਨ ਅਸੀਂ ਕਰ ਰਹੇ ਹਾਂ ਉਹਨਾਂ ਚੋਂ ਸ਼ੁਰੂ ਕਰਨ ਤੋਂ ਪਹਿਲਾਂ ਕਿ ਮੈਂ ਅੱਧਾ ਮਿੰਟ ਤੁਹਾਨੂੰ ਦਊਂਗਾ। ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਲੋਕਾਂ ਦੀ ਸਰਕਾਰ, ਇਹ ਕਹਿ ਕੇ ਸਰਕਾਰ ਆਈ, ਕਾਮਨ ਪੀਪਲ ਦੀ ਸਰਕਾਰ, ਆਮ ਆਦਮੀ ਦੀ ਸਰਕਾਰ ਕਹਿ ਕੇ ਸਰਕਾਰ ਆਈ। ਪਰ ਅੱਜ ਸਰਕਾਰ 'ਚ ਜੋ ਦਿਖ ਰਿਹਾ ਹੈ ਉਹ ਹੋ ਨਹੀਂ ਰਿਹਾ। ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਨਹੀਂ ਦਿਖ ਰਿਹਾ ਉਹ ਦਿਖਾਉਣ ਵਾਸਤੇ ਇੱਥੇ ਬੈਠੇ ਹਾਂ, ਉਹ ਦੱਸਣ ਵਾਸਤੇ ਬੈਠੇ ਹਾਂ ਵੀ ਸਰਕਾਰ ਦਿਖਾ ਕੁਛ ਹੋ ਰਹੀ ਹੈ ਤੇ ਕਰ ਕੁਛ ਹੋ ਰਹੀ ਹੈ। ਜਿਵੇਂ ਕਿ ਜਦੋਂ ਨਵੇਂ ਕੰਮ ਸ਼ੁਰੂ ਕੀਤੇ, ਐਲਾਨ ਸ਼ੁਰੂ ਕੀਤੇ, ਰੇਹੜੀ ਫੜੀ ਵਾਲਾ ਮੁੱਦਾ ਉਹ ਕਾਮਨ ਆਮ ਲੋਕਾਂ ਦੇ ਖਿਲਾਫ, ਆ ਪੰਚਾਇਤੀ ਜ਼ਮੀਨਾਂ ਦੇ ਰੋਹਿਤ ਪ੍ਰੋਫੈਸਰ ਸਾਹਿਬ ਵੀ ਦੱਸ ਕੇ ਹਟੇ ਹੈ, ਉਹ ਆਮ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਵਿਚਾਰਿਆਂ ਨੇ ਇੱਕ ਅੱਧਾ ਕਮਰਾ ਪਾ ਲਿਆ ਕਿਉਂਕਿ EWS ਦੇ ਜਿਹੜੇ ਕੋਟੇ ਦੇ ਜਾਂ SCBC ਕੋਟੇ ਦੇ ਅਲਾਟ ਹੁੰਦੇ ਉਹ ਪਿੰਡ ਦਾ ਤੁਸੀਂ ਦੇਖਿਆ ਹੋਊਗਾ ਬਾਹਰ ਬਣੇ ਹੁੰਦੇ ਆ, ਕਿਤੇ ਜਾ ਕੇ ਬਾਹਰ 7-8 ਕਮਰੇ ਬਣੇ ਹੁੰਦੇ ਆ। ਉਹਦਾ ਇੱਕ ਤਰ੍ਹਾਂ ਦਾ ਇਹ ਹੁੰਦਾ ਕਿ ਜਿਵੇਂ ਉਹਨਾਂ ਨੂੰ ਪਿੰਡ ਤੋਂ ਛੇਕਿਆ ਹੋਵੇ ਤੇ ਉੱਥੇ ਕੋਈ 90% ਉਹ ਘਰਾਂ 'ਚ ਕੋਈ ਰਹਿੰਦਾ ਵੀ ਨਹੀਂ ਹੈ। ਸੋ ਉਹ ਗਰੀਬਾਂ ਦੇ ਘਰ ਢਾਣ ਨੂੰ ਫਿਰਦੇ ਨੇ। ਹੁਣ ਜਿਹੜੀ ਪੰਚਾਇਤੀ ਜ਼ਮੀਨਾਂ ਤੇ ਆਪਣਾ ਉਹ ਹੋਏ ਨੇ, ਕੋਈ ਇੰਸਟੀਚਿਊਟ ਬਣ ਗਿਆ, ਮਤੇ ਪੈ ਕੇ ਕੁਝ ਬਣ ਗਿਆ, ਕਿ ਉਹ ਤੋੜੂਗੀ ਸਰਕਾਰ ਹੁਣ, ਜਾਂ ਉਹਨਾਂ ਦੇ ਕਬਜ਼ੇ ਲਊਗੀ ਸਰਕਾਰ। ਤੇ ਪੰਚਾਇਤੀ ਜ਼ਮੀਨਾਂ ਤੇ ਆਉਂਦੇ ਆ ਤੇ ਉਹਦੇ ਬਾਅਦ ਤੁਸੀਂ ਦੇਖਿਆ ਹੋਊਗਾ ਸਰਕਾਰ ਨੇ ਅਨਾਉਂਸ ਕੀਤਾ ਵੀ 1500 ਰੁਪਇਆ ਸੀ ਵੀ ਜਿਹੜਾ ਸਿੱਧੀ ਬਿਜਾਈ ਕਰੂਗਾ ਤੇ ਝੋਨੇ ਦੀ ਤੇ 1500 ਰੁਪਏ ਦੇਵਾਂਗੇ। ਤੇ ਕੀ ਸਰਕਾਰ ਨੇ ਕਿਸਾਨ ਰੋਜ਼ ਧਰਨੇ ਲਾ ਰਹੇ ਨੇ ਗੁਲਾਬੀ ਸੁੰਡੀ ਵਾਲੇ ਮਾਮਲੇ 'ਚ ਉਹ ਮੁਆਵਜ਼ੇ ਪੂਰੇ ਦਿੱਤੇ? ਉਹ ਮੁਆਵਜ਼ੇ ਨਹੀਂ ਦਿੱਤੇ ਗਏ। ਕੀ ਸਰਕਾਰ ਨੇ ਹੁਣ ਗੜੇਮਾਰੀ ਨਾਲ ਫਸਲਾਂ ਡੈਮੇਜ ਹੋਈਆਂ ਉਹਦੇ ਮੁਆਵਜ਼ੇ ਦਿੱਤੇ? ਉਹ ਸਰਕਾਰ ਨੇ ਨਹੀਂ ਦਿੱਤੇ। ਕੀ ਸਰਕਾਰ ਨੇ ਜਿਹੜਾ ਘੱਟ ਹੋਇਆ, ਜਿਹੜਾ ਇਸ ਵਾਰੀ ਝਾੜ, ਉਹਦੇ ਪੈਸੇ ਦਿੱਤੇ? ਕੱਲ ਵੀ ਉਗਰਾਹਾਂ ਸਾਹਿਬ ਮੀਟਿੰਗ ਕਰ ਪ੍ਰੈਸ ਕਾਨਫਰੰਸ ਕਰਕੇ ਗਏ ਹੈ, ਰਾਜੇਵਾਲ ਸਾਹਿਬ ਨੇ ਕਿਹਾ ਵੀ 10,000 ਘੱਟੋ ਘੱਟ ਐਕਸਗ੍ਰੇਸ਼ੀਆ ਅਮਾਉਂਟ ਲੈਣਾ ਚਾਹੀਦਾ ਜਿਹੜਾ ਝਾੜ ਘੱਟ ਹੋਇਆ। ਤੇ ਕੀ ਸਰਕਾਰ ਨੇ ਉਹ ਦੇ ਦਿੱਤਾ? ਤੇ ਸਰਕਾਰ ਸਿਰਫ ਦਿਖਾ ਡਰਾਮੇ ਰਹੀ ਹੈ ਤੇ ਧਰਾਤਲ ਤੇ ਕੁਝ ਨਹੀਂ ਕਰ ਰਹੀ। ਇੱਕ ਹੋਰ ਸ਼ਗੂਫਾ ਛੱਡਿਆ, ਕਹਿੰਦੇ ਅਸੀਂ ਆਪਣੇ ਅਧਿਆਪਕਾਂ ਨੂੰ ਬਾਹਰ ਫੋਰਨ ਭੇਜਣਾ ਹੈ। ਜਿਹੜੇ ਅਧਿਆਪਕਾਂ ਨੂੰ 6-6 ਹਜ਼ਾਰ ਤਨਖਾਹ ਮਿਲ ਰਹੀਆਂ, ਜਿਹੜੇ ਵਿਚਾਰੇ ਆਪਣੇ ਘਰ ਤੇ ਲੈ ਕੇ ਸਕੂਲ ਤੇ ਆਉਣ ਤੱਕ ਦਾ ਖਰਚਾ 6,000 'ਚ ਪੂਰਾ ਕਰ ਦਿੰਦੇ ਆ, ਫਿਰ ਇਸ ਚੱਕਰ ਵੀ ਸ਼ਾਇਦ ਕੱਲ ਨੂੰ ਪੱਕੇ ਹੋ ਜਾਣਗੇ ਤਨਖਾਹ ਵੱਧੂਗੀ ਕਿ ਉਹਨਾਂ ਦੀ ਤਨਖਾਹ ਵਧਾ ਦਿੱਤੀਆਂ। ਉਹ ਪਹਿਲਾਂ ਉਹਨਾਂ ਨੂੰ ਸਕੂਲ ਤੱਕ ਜਾਣ ਜੋਗਾ ਤਾਂ ਕਰ ਲਓ, ਫੋਰਨ ਫਿਰ ਭੇਜ ਦਿਓ। ਉਸ ਤੋਂ ਬਾਅਦ 200 ਯੂਨਿਟ ਤੁਸੀਂ ਦੇਖ ਲਿਆ। ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੇ ਲੋਕ, ਸਾਰੇ ਪੰਜਾਬੀ ਨੇ, ਜਿਹੜੇ ਲੋਕ ਫ੍ਰੀ ਦੇ ਲਾਲਚ 'ਚ ਵੋਟਾਂ ਪਾ ਕੇ ਬਿਜਲੀ ਫ੍ਰੀ ਮਿਲੂਗੀ, ਦਿੱਲੀ ਦਾ ਹਾਲ ਤੁਸੀਂ ਦੇਖ ਲਓ। ਪਹਿਲਾਂ ਤੁਹਾਨੂੰ ਫ੍ਰੀ ਬਿਜਲੀ ਦਾ ਲਾਲਚ ਦੇ ਕੇ ਦਿੱਲੀ 'ਚ ਲੋਕਾਂ ਨੂੰ 200 ਯੂਨਿਟ ਉਹਨਾਂ ਨੂੰ ਉਹ ਮੁਫਤ ਦਾ ਲਾਲਚ ਪਾ ਕੇ ਭਰਮਾਇਆ, ਤੇ ਹੁਣ ਮੈਂ ਤਾਂ ਸਿੱਧੇ ਤੌਰ ਤੇ ਕਹੂੰਗਾ ਉਹਨਾਂ ਨੇ ਹੱਥ 'ਚ ਬਾਟਾ ਦੇ ਦਿਆ ਕਿ ਬਈ ਜਿਹਨੇ ਹੁਣ ਫ੍ਰੀ ਬਿਜਲੀ ਲੈਣੀ ਹੈ 1 ਅਕਤੂਬਰ ਤੋਂ, ਉਹ ਬਾਟਾ ਲੈ ਕੇ ਸਰਕਾਰ ਕੋਲ ਜਾਵੇ ਔਰ ਕਹੇ ਸਰਕਾਰ ਜੀ ਸਾਨੂੰ ਫ੍ਰੀ ਬਿਜਲੀ ਦੇ ਦਿਓ, ਸਾਨੂੰ ਲੋੜ ਹੈ। ਮੰਗਤੇ ਬਣਾ ਤੇ ਦਿੱਲੀ ਵਾਲੇ। ਉਹੀ ਮੈਨੂੰ ਲੱਗਦਾ ਜੁਲਾਈ 'ਚ ਆਉਂਦੇ ਜੋ ਸਾਨੂੰ ਖਰਚਾ ਸੀਗਾ ਜਦ ਨੋਟੀਫਿਕੇਸ਼ਨ ਹੋਣੀ ਹੈ, ਉਹੀ ਹਾਲ ਪੰਜਾਬ ਨਾਲ ਹੋਣਾ ਹੈ। ਆ ਕਹਿਣਾ ਪੰਜਾਬੀ ਨਾਲ ਬਾਟਾ ਫੜ ਕੇ ਜਿਹੜਾ ਸਾਡੇ ਕੋਲ ਆਊਗਾ ਤੇ ਅਸੀਂ ਉਹਨੂੰ ਬਿਜਲੀ ਫ੍ਰੀ ਦੇਵਾਂਗੇ, ਅਦਰਵਾਈਜ਼ ਨਹੀਂ ਕਰਦੇ। ਹੁਣ ਆਈ ਆਪਾਂ ਮੇਨ ਮੁੱਦਿਆਂ ਤੇ ਵੀ ਇਹ ਸਰਕਾਰ ਮੈਂ ਤੁਹਾਨੂੰ ਦੱਸਿਆ ਕਿਵੇਂ ਆਮ ਲੋਕਾਂ ਦੀ ਨਹੀਂ ਹੈ। ਬੱਗੇ ਵਾਲਾ ਮੁੱਦਾ ਜਿਹੜਾ ਪਹਿਲਾ ਪੁਆਇੰਟ ਸੀਗਾ, ਜਾਂ ਝੂਠੀ FIR ਜਿਹੜੀਆਂ, ਦੇਖੋ ਇੱਕ ਸਿੰਪਲ ਜਿਹਾ ਕਾਨੂੰਨ ਦਾ ਰੂਲ ਹੈ ਕਿ ਮੈਂ ਚੰਡੀਗੜ੍ਹ ਰਹਿੰਦਾ ਹੈ ਤੇ ਤੁਹਾਡੇ 'ਚ ਕੋਈ ਵੀਰ ਚੰਡੀਗੜ੍ਹ ਰਹਿੰਦਾ ਹੈ, ਮੈਂ ਕਿਸੇ ਬਾਰੇ ਗਲਤ ਬੋਲਦਿਆ ਤਾਂ ਉਹ ਬੰਦਾ ਚੰਡੀਗੜ੍ਹ ਤੇ ਮੇਰੇ ਖਿਲਾਫ ਕੰਪਲੇਂਟ ਕਰ ਦੇਗਾ। ਇਹਨਾਂ ਕੇਸਾਂ 'ਚ ਕੰਪਲੇਨੈਂਟ ਕੌਣ ਹੈ? ਇਹਨਾਂ ਕੇਸਾਂ 'ਚ ਕੰਪਲੇਨੈਂਟ ਜਿਹਦੇ ਖਿਲਾਫ ਬੋਲਿਆ ਗਿਆ, ਮੁੱਖ ਮੰਤਰੀ, ਮਾਨਯੋਗ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹ ਨਹੀਂ ਕੰਪਲੇਨੈਂਟ ਨੇ। ਕੰਪਲੇਨੈਂਟ ਕੋਈ ਚੇਲੇ ਵਾਲ ਕੇ ਨੇ, ਜਿਹੜੇ ਕਿ ਕੋਈ ਚੇਅਰਮੈਨੀਆਂ ਭਾਲਦਾ ਫਿਰਦਾ ਹੋਣਾ, ਕੋਈ ਹੋਰ ਅਹੁਦੇ ਭਾਲਦਾ ਫਿਰਦਾ ਹੋਣਾ ਵੀ ਮੈਂ ਨੰਬਰ ਬਣਾ ਲਵਾਂ, ਕੰਪਲੇਂਟ ਪਾ ਦੇਵਾਂ, ਔਰ ਸਰਕਾਰ ਨੇ ਕਹਿੰਦਾ ਤੁਹਾਨੂੰ ਥਾਪੀ ਦੇਵਾਂਗੇ, ਚੇਅਰਮੈਨ ਬਣਾ ਦਾਂਗੇ, ਪਾਓ ਕੰਪਲੇਂਟ ਚੱਕ ਲਈ ਅਸੀਂ। ਪਰ ਉਹਦਾ ਨੁਕਸਾਨ ਕਿਹਨੂੰ ਹੋਇਆ? ਉਹਦਾ ਨੁਕਸਾਨ ਹੋਇਆ ਪੰਜਾਬ ਨੂੰ, ਕਿਉਂਕਿ ਕੰਪਲੇਂਟ ਕਰਨ ਵਾਲਾ ਇਹ ਪੰਜਾਬੀ ਸੀ, ਪਰ ਜਿਹਦੇ ਕਰਕੇ ਕੰਪਲੇਂਟ ਹੋਈ ਉਹ ਦਿੱਲੀ ਦਾ ਰਹਿਣ ਵਾਲਾ ਸੀ। ਜਿਨ੍ਹਾਂ ਨੇ ਕੰਪਲੇਂਟਾਂ ਕੀਤੀਆਂ ਉਹ ਪੰਜਾਬ ਤੋਂ ਬਾਹਰ ਦੇ ਸੀ। ਹੁਣ ਸਾਡੀ ਹਿਊਮਿਲੇਸ਼ਨ ਕਿਵੇਂ ਹੋਈ? ਕਾਨੂੰਨ ਆਪਣਾ ਕੰਮ ਕਰਦਾ, ਆਪਣੇ ਤਰੀਕੇ ਨਾਲ ਚੱਲਦਾ ਤਾਂ ਸਾਨੂੰ ਇਹ ਨਮੋਸ਼ੀ ਦਾ ਨਹੀਂ ਝੇਲਣਾ ਪੈਂਦਾ, ਜੋ ਸਾਡੀ ਵਧੀਆ ਪੰਜਾਬ ਪੁਲਿਸ, ਬਹਾਦਰ ਪੰਜਾਬ ਪੁਲਿਸ ਨੂੰ ਝੇਲਣਾ ਪਿਆ। ਇੱਕ ਪੰਜਾਬ ਤੇ ਦਾਗ ਲੱਗਿਆ, 3 ਪਰਚੇ ਪੁਲਿਸ ਤੇ ਹੋ ਗਏ, ਇਹ ਵੀ ਇਤਿਹਾਸ 'ਚ ਕਦੀ ਨਹੀਂ ਹੋਇਆ ਹੋਊਗਾ।
6 ਤਰੀਕ ਨੂੰ ਪੁਲਿਸ ਜਾਂਦੀ ਅਰੈਸਟ ਕਰਨ ਵਾਸਤੇ, ਚੱਕਦੀ ਹੈ। ਹੁਣ ਪੁਲਿਸ ਕਹਿੰਦੀ ਅਸੀਂ ਇਨਫੋਰਮ ਕੀਤਾ, ਅਸੀਂ ਦਿੱਲੀ ਵਾਲੇ ਕਹਿੰਦੇ ਇਨਫੋਰਮ ਨਹੀਂ ਕੀਤਾ। ਤੁਸੀਂ ਸਾਰਾ ਐਪੀਸੋਡ ਦੇਖੇ, ਬਾਰ-ਬਾਰ ਰਿਪੀਟ ਕਰਨ ਦੀ ਲੋੜ ਨਹੀਂ। ਹਰਿਆਣਾ ਜਾਂਦੇ ਨੇ, ਦਿੱਲੀ ਪੁਲਿਸ ਪਰਚਾ ਦਰਜ ਕਰਦੀ ਹੈ, ਸਰਚ ਵਾਰੰਟ ਦਿੰਦੀ ਹੈ, ਹਰਿਆਣੇ ਵਾਲੇ ਸਪੋਰਟ ਕਰ ਦਿੰਦੇ ਆ। 7 ਤਰੀਕ ਨੂੰ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਉਹ ਕੋਰਟ 'ਚ ਜਾ ਕੇ ਅਰੈਸਟ ਵਾਰੰਟ ਦਿੰਦੀ ਹੈ। ਤੁਸੀਂ ਟਵਿੱਟਰ ਅਕਾਊਂਟ ਚੱਕ ਲਓ ਆਤਿਸ਼ੀ ਦੇ, ਸੌਰਵ ਭਾਰਦਵਾਜ ਦੇ। ਸੌਰਵ ਭਾਰਦਵਾਜ ਵੀ ਬਹੁਤ ਪੜ੍ਹਿਆ ਲਿਖਿਆ ਇਨਸਾਨ ਹੈ। ਆਤਿਸ਼ੀ ਆਕਸਫੋਰਡ ਦੀ ਪੜ੍ਹੀ ਹੋਈ ਹੈ। ਆਮ ਆਦਮੀ ਪਾਰਟੀ ਦੇ ਪੜ੍ਹੇ ਹੋਏ ਲੋਕਾਂ ਦੇ ਹਾਲਾਤ ਉਹ ਟਵਿੱਟਰ 'ਤੇ ਲਾਏ ਜਾਂਦੇ। ਉਹਨਾਂ ਨੇ ਕੀ ਲਿਖਿਆ? ਉਹਨਾਂ ਨੇ ਲਿਖਿਆ अनपढ़ जाहिल, ऑर्डर पाके 7 तरीक का लिखा, अनपढ़ जाहिल ये पढ़ लें कि बग्गा के खिलाफ अरेस्ट वारंट है। खैर मैं भी एक तरह रिप्लाई करते कि मैडम जी तरीक पढ़ दो, 7 तरीक है ये। तुसीं जलूस पंजाब का 6 कढ़ा चुके हो, जिहड़ा काम तुहानूं 5 तरीक नाल 6 करना चाहिए, तुसीं 7 कीता। ये तो लैंगुएज जिहड़े दूजिਆਂ ਨੂੰ गुंडे कहने हैं, अनपढ़ कहने, जाहिल कहने, ये अनपढ़ जाहिलों वाली लैंगुएज आम आदमी पार्टी के बड़े बड़े लीडर भी हो चुकी है। तो फिर जिहड़ा वारंट लिता भी गया उससे ऑनरेबल हाई कोर्ट ने स्टे ला दी। एक बड़ी ह्यूमिलेशन पंजाब वास्ते, पंजाबियों वास्ते, सिर्फ एक दिल्ली के तानाशाह का हुक्म पगाण वास्ते की गई। हुण आ गई अगे पंचायती जमीन का जिहड़ा दूजा मुद्दा, मुख ते मेन मुद्दा एक भी है, तो एक बॉर्डर वाला। देखो प्रोफेसर साहब ने मुफ्ती दस ही दिता, अज तक सरकार ये क्लीयर नहीं कर सकी, जिवें चीमा साहब साडे फाइनैंस मानयोग फाइनैंस मिनिस्टर ये क्लीयर नहीं कर सके कि लोगों को बजट किवें बनना है। पुछण तां गए पर उन्होंने जेब च पैसे किन्ने है। हुण मैनूं जे पुछण आंदे कि मैं बजट बनाना जी, वाले साहब दसो क्या पाइए, मैं उन्होंने कहता जी मैं तो पनीर लेना, पनीर की सब्जी खाऊंगा, खिला दोगे? पैसे उन्होंने को आलू खरीदण जोगे ना होण तो मैनूं पनीर की सब्जी किवें खिला देणगे? तो जब लोगों को यही नहीं पता कि सरकार को पैसा कितना है, और राय किवें दे देणगे। यही है, दिखा कुछ हो रहे हैं तो कर कुछ हो रहे हैं। सेम उस तरह साडे मानयोग पंचायत मंत्री साहब माझे के रहने वाले ने, माझे तो MLA ने, पर माझे च नहीं बढ़ रहे। मालवे नूं मोढे ते रख के परना चक के हथ फड़ के डांग मालवे वाल नूं होए हुए ने कि असीं पंचायती जमीनां छड़ाणियां ने। जो प्रोफेसर साहब ने कहा कि जस्टिस कुलदीप सिंह की रिपोर्ट ही शायद पढ़ लेंदे, ये मेरे को सब कमेटी की रिपोर्ट है पंजाब सरकार की, जिस सिद्धू साहब के होर कई मंत्री उन्होंने रिपोर्ट बनाई सी नजायज़ कब्जा की। इस जस्टिस रंजीत सिंह की रिपोर्ट का भी हवाला है। जस्टिस रंजीत सिंह की रिपोर्ट मेरे को भी पई है, मेरे फोन के पई है। जे सिर्फ और सिर्फ चंडीगढ़ पैरीफेरी की जमीन में हथ पाया जाए तो इन्हों रोज़ लोगों से जाके गरीबों की, नो डाउट जो पॉलिटिशियन जमीन छड़ाओ असीं नाल है, पर जिवें पहला प्रोफेसर साहब ने दस्सिया जो बेचारे गरीब ने, जिन्होंने पता ही नहीं भी मैं आह 1.5 किला खरीद लिया अपनी कल्टीवेशन वास्ते, अपनी खेती वास्ते, उन्होंने पता ही नहीं पंचायत की जमीन खरीदना लीगल है इलीगल है, तो उन्होंने धक्का सरकार कर रही है। इन्होंने हथ क्यों नहीं पा रही? क्योंकि सरकार ने कल नूं इन्हां नाल रल के ये वड्डा खेल जो दिखा कुछ हो रहे तो करनगे कुछ होर, वो मैं अगे दसूंगा करना है। मैं सीधे तौर पर मुख्यमंत्री साहब ने कल भी अपील की थी कि अज WhatsApp नंबर भी जारी करना है। जे प्रेस कॉन्फ्रेंस होंदे होंदे WhatsApp नंबर जारी हो गया तो ये कागजात के कंप्लेंट के नाल मैं WhatsApp नंबर पर कंप्लेंट फाइल करूँगा कि मुख्यमंत्री साहब अपने पंचायत मंत्री साहब की इंक्वायरी कराओ, अपने पंचायत डिपार्टमेंट की इंक्वायरी कराओ कि थोड़े रहिंदियां पंचायती जमीन मता पा के करोड़ों की जमीन लखां च किवें विक गई, गजां की जमीन एकड़ां च किवें विक गई। इसका जवाब मुख्यमंत्री साहब को, पंचायत मंत्री साहब को ये देना पैना। तो पहली कंप्लेंट असीं फाइल करांगे, नंबर लॉन्च कर, असीं उम्मीद वेट कर रहे हैं उन्होंने नंबर लॉन्च करने की। ये जमीन है जी भगतपुरा पिंड है अंबरसर डिस्ट्रिक्ट के, उत्थे कलोनी है एक, नो डाउट 2016 तो कॉलोनाइजर ने शुरू किया भी हमें जमीन नूं किसी तरीके नाल अपने हाथ च ले ला, पर कामयाब नहीं हो सके। पर जिवें सरकार आई, नवी सरकार आई, उन्होंने 19 दिन से बिल्डर साहब को कामयाब कर दिया तो पंचायती जमीन उन्होंने हवाले कर। ये जी जी भगतपुरा पिंड की जमीन है, पंचायती जमीन है जी, 32 कनाल 16 मरले, तकरीबन 4.25 किले की जमीन है। ये जमीन जी जिहड़ा उत्थे अल्फा इंटरनेशनल सिटी अमृतसर
उसकी जमीन है। 1/4/2022 का सरपंच साहब को BDPO का चिट्ठी है एक, जिस 15 दिन का पंचायत मंत्री साहब के अपने डिपार्टमेंट डायरैक्टर पंचायत ने चिट्ठी का हवाला है कि ये जमीन जी हैगी है ये फलाने बिल्डर को इस रेट पर बेची जाए। कोई इस जिमें बार बार कहने ग्राम सभा बुलावांगे, 26 जून को बुलाने जा रहे हैं, ग्राम सभा करांगे, पिंड डिसाइड करूँगा की करांगे। इत्थे कोई ग्राम सभा नहीं बुलाई गई, इत्थे सीधा ही उपरों हुक्म आया मंत्री साहब के डिपार्टमेंट तो। कितनी तरीक दी है जी ये हैगी है जी चिट्ठी 1/4/2022 की BDPO साहब ने भेजी, जी पंचायत को भेजी पिंड की। फिर जी 8/4/2022 2016 तो लेके जो काम स्पीड च नहीं होया वो दिनों च होने लग गया। 8/4/2022 को पिंड की पंचायत जी है एक रेजोल्यूशन बनती है, उस पंच सरपंच जोड़े हैं, कोई ग्राम सभा नहीं होती। मैं दोबारा रिपीट कर रहा, जोड़ा सानू खदशा है कि जेड़े देखो असी फसलों की लड़ाई लड़ी अपनी, कितने अंबानिया दानिया को साडी फसलों ना चलिए जाना, असीं भुखे मर जाएंगे। पंजाब में मैं दसना चाहना हुण अगे जमीनों की लड़ाई शुरू होने वाली है। पूरे पंजाब में एकजुट होकर जमीन की लड़ाई लड़नी पैनी, क्योंकि सरकार नहीं दस रही कि पंचायती जमीन छड़ा तो रहे हैं, रोड मैप की है, वह करना की है, वो बारे सरकार ने अज तक एक बार भी क्लीयर नहीं किया। मैं तो कहना जो पिंड पंचायत की जमीन छड़ाने जान तो उत्थे पहले एक बार मंत्री साहब ने पूछना तुसीं जमीन का हुण करोगे की दसो, पहला तो असीं छड्डण नूं तैयार। उस तो बाद ये मता पै गया जी भी 43 लाख रुपए किले के हिसाब नाल ये जमीन जिहड़ी हैगी है ये बिल्डर नूं बेच दित्ती जाए। सरकार काली सी तो उन्होंने 8 दिन च सारा काम कर दिया, पर बिल्डर नूं कोई काली नहीं सी। बिल्डर ने 11 दिन लिते, 19/4/2022 में इस जमीन की रजिस्ट्री हो जाएगी। जो सरपंच साहब ने उत्थे दे लेडी ने उन्होंने इसकी रजिस्ट्री करवाती, बिल्डर साहब ने रजिस्ट्री करवा ली कर ली। ते हुण अगे आंदा असली खेल कि यह जमीन एग्रीकल्चर सी, कि यह एग्रीकल्चर रेट पर बेची जा सकती सी, क्या वाकई यह रेट जमीन का है। एक मेरे को बयाना आया, मैं पहला दस देना चाहना है कि सारी खेल का पर्दाफाश जो किया ये साडे साथी जो सुखजिंदर सिंह माहू लोक राज लहर पंजाब के प्रधान ने ते सिख समाज मोर्चा के अमृतसर ईस्ट तो कैंडीडेट भी रहे ने। उन्होंने अपना पिंड है, उन्होंने मामा जी की डैथ हो गई, इस करके वो आ नहीं सके, उन्होंने आना सीगा, कल शाम ने हुई है। उन्होंने सारा RTA थ्रू ये सारा लीगल डॉक्यूमेंट्स लिखते हैं। तो हुण आयो तुसीं बयाना सेम बिल्डर एक गुरमाज सिंह के नाल उसी कलोनी के विच जो एग्रीकल्चर लैंड होती थी 2010 20/4/2010 एक बयाना होंदा है 70,73,000 प्रति किला के हिसाब से एग्रीकल्चर लैंड का बयाना होता है। तो जिहड़ी जमीन 2010 च 70,73,000 की सी, जबकि एक चीज नोट करने वाली है, सरकार जब भी जमीन बेचती है उन्होंने 3 गुणा रेट ला के बेचती है। मतलब 43 लाख की जो रेट 3 गुणा होया है, इसका एक्चुअल रेट मतलब 14 लाख के करीब रह गया। तो जी 70 लाख की जमीन 2010 की क्या 2022 आंदे आंदे घट गई, जो रेट डाउन हो गया, वो भी रेगुलेशन कलोनी का ये बयाना नाल है कि जिहड़ा कि सबूत दिंदा है कि जमीन किवें आने पैने रेटां 'च बेची गई। उस तो बाद एक सरकारी कागज कल कोई कह दे उठ के जी भी ये तो बयाने बन जाते होंगे हैं, कागज निकल जाते होंगे हैं। ये जी रजिस्ट्रार तहसीलदार साहब SDM साहब ते DC होंगे कलैक्टर साहब चारां का साइन डॉक्यूमेंट जिस रेट फिक्सेशन रेट फिक्स किया होया कि भी इस एरिए की किहड़े एरिए की जमीन का एग्रीकल्चर का रेट होगा, रेजिडेंशियल का रेट होगा तो कमर्शियल का रेट। तो जे आपां कॉर्नर पर जाइए अल्फा इंटरनेशनल सिटी जी अमृतसर हैगी है, जी ये पिंड की अल्फा इंटरनेशनल सिटी है, इसका 2020 ते 21 का रेट सीगा 5,663 रुपए 5 पैसे पर स्क्वेयर यार्ड गजां च,
ਤੇ ਕਮਰਸ਼ੀਅਲ ਦਾ ਸੀਗਾ 13,081.5 ਪਰ ਸਕੁਅਰ ਯਾਰਡ 2020 ਦਾ। ਪਰ ਕੋਵਿਡ ਰੇਟ 2021-22 ਦਾ ਹੈਗਾ ਜਿਹੜਾ ਹੁਣ ਹੈ ਉਹ ਹੈਗਾ 5600 ਪਰ ਸਕੁਅਰ ਯਾਰਡ ਤੇ 14,000 ਕਮਰਸ਼ੀਅਲ। ਪਰ ਹੈਰਾਨੀ ਦੀ ਗੱਲ ਹੈ ਜਿਹੜੀ ਸਾਡੀ ਮਾਨਯੋਗ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਛਡਾਉਣ ਵਾਲੀ ਸਰਕਾਰ ਨੇ ਪੰਚਾਇਤੀ ਮੰਤਰੀ ਜਿਹੜੇ ਮਾਲ ਵਿੱਚ ਭੱਜੇ ਫਿਰਦੇ ਨੇ ਮਾਝਾ ਛੱਡ ਕੇ, ਉਹਨਾਂ ਨੇ ਆਪਣੇ ਘਰ ਤੇ ਮਹਿਜ 39 ਕਿਲੋਮੀਟਰ ਤੇ ਇਸ ਕਾਲਮ 'ਚ ਇਸ ਏਰੀਏ ਦੀ ਲੈਂਡ 'ਚ ਐਗਰੀਕਲਚਰ ਦਾ ਰੇਟ ਹੈ ਹੀ ਨਹੀਂ ਐਪਲੀਕੇਬਲ। ਇੱਥੇ ਸਿਰਫ ਔਰ ਸਿਰਫ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਲੱਗਦਾ ਹੈ। ਜੇ ਆਪਾਂ ਰੈਜ਼ੀਡੈਂਸ਼ੀਅਲ ਰੇਟ ਵੀ ਲਾਈਏ ਤੇ 3.25 ਕਰੋੜ ਰੁਪਈਆ ਕਿੱਲਾ ਇਸ ਜ਼ਮੀਨ ਦਾ ਬਣਦਾ ਜਿਹੜਾ 43 ਲੱਖ ਰੁਪਏ ਕਿੱਲੇ ਨੂੰ ਵੇਚਿਆ ਗਿਆ। ਸੋ ਇਹੀ ਅਸੀਂ ਸਰਕਾਰ ਨੂੰ ਪੁੱਛਦੇ ਹਾਂ ਤੇ ਇਹ ਲੋਕਾਂ ਨੂੰ ਕਹਿੰਦੇ ਆ, ਅੱਜ ਇੱਕ ਮੁਹਿੰਮ ਵੀ ਸ਼ੁਰੂ ਕਰਾਂਗੇ, ਐਂਡ 'ਚ ਦੱਸਾਂਗੇ। ਇਹੀ ਲੋਕਾਂ ਨੂੰ ਕਹਿੰਦੇ ਸਰਕਾਰ ਨੂੰ ਪੁੱਛਣ ਤੁਸੀਂ ਇਹ ਪੰਚਾਇਤੀ ਜ਼ਮੀਨਾਂ ਦਾ ਕਰੋਗੇ ਕੀ? ਤੁਸੀਂ ਨਾ ਤਾਂ ਸਿਆਸੀ ਲੀਡਰਾਂ ਤੋਂ, ਨਾ ਐਡਮਿਨਿਸਟ੍ਰੇਟਰ ਜਿਹੜੇ ਪੁਰਾਣੇ ਨੇ ਜਾਂ ਨਵੇਂ ਨੇ, ਨਾ ਵੱਡੇ ਵੱਡੇ ਬਿਊਰੋਕਰੇਟਸ ਉਹਨਾਂ ਦੀ ਜ਼ਮੀਨਾਂ ਨੂੰ ਹੱਥ ਤਾਂ ਪਾ ਨਹੀਂ ਰਹੇ। ਗਰੀਬਾਂ ਦੀਆਂ ਪੰਚਾਇਤਾਂ ਦੀ ਜ਼ਮੀਨਾਂ ਖੋ ਕੇ ਵੱਡੇ ਸਰਮਾਏਦਾਰਾਂ ਨੂੰ ਵੇਚ ਰਹੇ ਨੇ। ਕੀ ਅੱਗੇ ਵੀ ਇਹੀ ਕਰੋਗੇ? ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਵੀ ਮੁਹਿੰਮ ਸ਼ੁਰੂ ਕੀਤੀ, ਬਾਅਦ 'ਚ ਬੰਦ ਹੋ ਗਈ। ਮੈਨੂੰ ਲੱਗਦਾ ਸ਼ਾਇਦ ਉਹੀ ਮੁਹਿੰਮ ਨੂੰ ਦੱਸੇ। ਇਹੀ ਚੀਜ਼ ਹੈ ਕਿ ਦਿਖਾ ਕੁਛ ਹੋ ਰਹੇ ਨੇ ਤੇ ਅੰਦਰ ਖਾਤੇ ਕਰ ਕੁਛ ਹੋ ਰਹੇ ਨੇ। ਆਖਿਰ ਮੈਂ ਇਸ ਮੁੱਦੇ ਤੇ ਇੱਕ ਗੱਲ ਹੋਰ ਕਹੂੰਗਾ ਕਿ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ, ਕਿਉਂਕਿ ਗ੍ਰਾਮ ਸਭਾ ਤਾਂ ਬੁਲਾਈ ਨਹੀਂ ਗਈ ਪੰਚਾਇਤ ਮੰਤਰੀ ਦੇ ਹਿਸਾਬ ਨਾਲ, ਤੇ ਪਿੰਡ ਦੇ ਲੋਕਾਂ ਨੇ ਵਿਜੀਲੈਂਸ ਨੂੰ ਕੰਪਲੇਂਟ ਫਾਈਲ ਕੀਤੀ ਹੈ 7/2 ਨੂੰ, ਸੌਰੀ ਆਪਣਾ 7/4 ਦੇ ਨੇੜੇ ਤੇੜੇ ਕੰਪਲੇਂਟ ਫਾਈਲ ਕੀਤੀ ਹੈ ਵਿਜੀਲੈਂਸ ਡਿਪਾਰਟਮੈਂਟ ਨੂੰ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿ ਪੰਚਾਇਤ ਦੀ ਜ਼ਮੀਨ ਡਿਪਾਰਟਮੈਂਟ ਨੇ ਨਾਲ ਰਲ ਕੇ ਪੰਚਾਇਤ ਤੋਂ ਸਰਕਾਰੀ ਜ਼ਮੀਨ ਜਿਹੜੀ ਹੈ ਪ੍ਰਾਈਵੇਟ ਬਿਲਡਰ ਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਬੰਦ ਕਮਰੇ 'ਚ ਵੇਚ। ਇਹ ਸਾਈਨ ਨੇ ਉਹਨਾਂ ਦੇ ਪਿੰਡ ਵਾਲਿਆਂ ਦੇ। ਇਹ ਜ਼ਮੀਨ ਵੇਚੀ ਜਾ ਸਕਦੀ ਜਾਂ ਲੀਜ਼ ਤੇ ਦਿੱਤੀ ਜਾ ਸਕਦੀ? ਦੇਖੋ, ਪੰਚਾਇਤ ਚਾਹੇ ਜੇ ਜ਼ਮੀਨ ਵੇਚ ਵੀ ਸਕਦੀ ਹੈ, ਅਕੋਰਡਿੰਗ ਟੂ ਸਿਚੁਏਸ਼ਨ ਹੁੰਦਾ ਹੈ, ਪਰ ਉਹ ਅਪਰੂਵਲਸ ਲੈਣੀ ਪੈਂਦੀਆਂ ਪੰਚਾਇਤ ਮੰਤਰੀ, ਡਿਪਾਰਟਮੈਂਟ, ਫਿਰ ਸਾਰਾ ਪਰਮਿਸ਼ਨਾਂ ਤੋਂ ਬਾਅਦ ਸਾਰਾ ਕੁਝ ਹੋ ਸਕਦਾ ਹੈ। ਪਰ ਤੁਸੀਂ ਇਹ ਥੋੜੀ ਹੈ, ਹੁਣ ਮੋਹਾਲੀ 'ਚ ਜ਼ਮੀਨ ਨੂੰ ਲੈ ਕੇ ਧਰਨੇ ਲੱਗੇ ਹੋਏ ਨੇ। ਸੜਕਾਂ ਜਾਂਦੀ ਜ਼ਮੀਨ ਨੂੰ, ਨੈਸ਼ਨਲ ਹਾਈਵੇ ਤੋਂ ਲੈ ਕੇ ਜ਼ਮੀਨਾਂ ਨੂੰ ਲੈ ਕੇ ਧਰਨਾ ਚੱਲ ਰਿਹਾ ਡੀਸੀ ਆਫਿਸ ਦੇ ਬਾਹਰ ਕਈ ਦਿਨਾਂ ਤੋਂ। ਤੇ ਉਹਨਾਂ ਦਾ ਇਹੀ ਕਹਾਣੀ ਹੈ ਕਿ ਸਾਨੂੰ ਜੀ ਆਉਣੇ ਪਾਉਣੇ ਰੇਟਾਂ ਤੇ ਸਾਡੀ ਕਰੋੜਾਂ ਦੀ ਜ਼ਮੀਨ ਨੂੰ ਲੱਖਾਂ ਦੇ ਵਿੱਚ ਖਰੀਦ ਕੇ ਸਰਕਾਰ ਜਿਹੜੀ ਹੈ ਅਕਵਾਇਰ ਕਰਕੇ ਸਾਨੂੰ ਤਾਂ ਕੱਖ ਤਾਂ ਨਹੀਂ ਛੱਡ ਰਹੀ। ਉਹ ਧਰਨੇ ਲਾ ਰਹੇ ਨੇ। 18 ਨੂੰ ਮੈਂ ਪੰਜਾਬੀਆਂ ਨੂੰ ਬੇਨਤੀ ਵੀ ਕਰਦਾ, ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਵੀ, ਉਹਨਾਂ ਨੇ 18 ਨੂੰ ਧਰਨਾ ਫਿਰ ਉਹ ਲਿਖਿਆ 18 ਦੀ ਕਾਲ ਦਿੱਤੀ ਹੈ ਕਿ ਸਵੇਰੇ 9 ਵਜੇ ਡੀਸੀ ਆਫਿਸ ਦੇ ਬਾਹਰ ਪਹੁੰਚੋ ਤੇ ਸਾਰੇ ਪਹੁੰਚਣ। ਸਾਥ ਦੇ ਨਾਲ ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਖਰੜ ਤੋਂ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ, ਤੁਹਾਨੂੰ ਯਾਦ ਹੈ ਉਹੀ ਜਿਹੜੀਆਂ ਜ਼ਮੀਨਾਂ ਅਕਵਾਇਰ ਹੋਈਆਂ ਸੀਗੀਆਂ ਸੜਕਾਂ ਵਾਸਤੇ, ਬਕਾਇਦਾ ਗੱਡੀ ਚੱਕ ਕੇ ਮਾਨਸਾ ਗਏ ਸੀ ਧਰਨੇ ਵਿੱਚ, ਔਰ ਕਹਿ ਰਹੇ ਸੀ ਸਰਕਾਰ ਧੱਕਾ ਕਰ ਰਹੀ ਹੈ। ਤੇ ਹੁਣ ਤਾਂ ਤੁਹਾਡੇ ਆਪਣੇ ਮੋਹਾਲੀ ਦੇ ਵਿੱਚ ਧਰਨਾ ਲੱਗਿਆ ਹੋਇਆ, ਤੇ ਮੇਰੀ ਉਹਨਾਂ ਨੂੰ ਬੇਨਤੀ ਹੋਊਗੀ 18 ਤਰੀਕ ਨੂੰ ਉਹ ਵੱਧ ਚੜ ਕੇ ਹਿੱਸਾ ਲੈਣ ਤੇ ਆ ਕੇ ਆਪਣੀ ਸਰਕਾਰ ਦੇ ਖਿਲਾਫ ਵੀ ਆਪਣੇ ਸਰਕਾਰ ਨੂੰ ਸਵਾਲ ਕਰਨ ਕਿ ਹੁਣ ਤੁਸੀਂ ਇਹਨਾਂ ਨਾਲ ਧੱਕਾ ਕਿਉਂ ਕਰਨ ਲੱਗੇ ਹੋਏ ਹੋ। ਅਗਲਾ ਟੌਪਿਕ ਜਿਹੜਾ ਅਗਲਾ ਮੁੱਦਾ, ਮੇਨ ਮੁੱਖ ਮੁੱਦਾ ਹੋਰ ਵੀ ਹੈਗਾ, ਉਹ ਹੈਗਾ ਜਿਹੜੀਆਂ ਸਾਡੇ ਵੀਰ ਆਏ ਹੋਏ ਨੇ ਕਿਸਾਨ ਯੂਨੀਅਨ ਤੋਂ, ਬਾਰਡਰ ਦੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਤੇ ਸਰਕਾਰਾਂ ਕਿਵੇਂ ਸਾਡੇ ਬਾਰਡਰ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜਿਵੇਂ ਦੱਸਿਆ ਕਿ ਜਿਹੜੀ ਬਾਰਡਰ ਦੀ ਜ਼ਮੀਨ ਹੈ ਤਕਰੀਬਨ 21,300 ਦੇ ਕਰੀਬ ਏਕੜ ਜ਼ਮੀਨ ਜਿਹੜੀ ਹੈ ਤਾਰ ਦੇ ਉਸ ਪਾਰ ਹੈ। 44 ਫੁੱਟ ਤਕਰੀਬਨ ਸਣੇ ਤਾਰ, ਸਣੇ ਜਿਹੜਾ ਪੈਟਰੋਲਿੰਗ ਦਾ ਰਸਤਾ, ਉਹ ਸਭ ਨੂੰ ਲਾ ਕੇ 44 ਫੁੱਟ ਜਿਹੜੀ ਹੈ ਉਹ ਜ਼ਮੀਨ ਹੈ ਤੇ 530 ਕਿਲੋਮੀਟਰ ਦਾ ਬਾਰਡਰ ਹੈ। 6 ਜ਼ਿਲ੍ਹੇ ਪੈਂਦੇ ਨੇ ਤੇ 220 ਪਿੰਡ ਪੈਂਦੇ ਨੇ। ਸਾਡੇ ਕਿਸਾਨ ਵੀਰਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਬੁਲੰਦ ਰੱਖਦੇ ਹੋਏ ਆਪਣੀ ਜ਼ਮੀਨ ਸਰਕਾਰ ਨੂੰ ਸਮਰਪਿਤ ਕਰਤੀ। ਸਾਡੇ ਦੇਸ਼ ਦੀ ਸੁਰੱਖਿਆ, ਸਾਡਾ ਦੇਸ਼ ਸੁਰੱਖਿਅਤ ਰਹੇ, ਸਾਡੇ ਦੇਸ਼ ਦੀ ਸੁਰੱਖਿਆ 'ਚ 1% ਵੀ ਕੋਤਾਹੀ ਨਾ ਹੋਵੇ, ਸਾਡੇ ਜਵਾਨ ਸਾਡੇ ਦੇਸ਼ ਦੀ ਰੱਖਿਆ ਕਰਨ। ਪਰ ਉੱਥੇ ਹੀ ਸਾਡੇ ਬਾਰਡਰ ਦੇ ਕਿਸਾਨਾਂ ਨੂੰ ਕਿਵੇਂ ਸਰਕਾਰਾਂ ਵੱਲੋਂ ਤਸ਼ੱਦਦ ਸਹਿਣੀ ਪੈ ਰਹੀ ਹੈ, ਉਹ ਮੈਂ ਤੁਹਾਡੇ ਸਾਹਮਣੇ ਥੋੜ੍ਹਾ ਜਿਹਾ ਇਨ ਬਰੀਫ ਦੱਸੂਗਾ, ਬਾਕੀ ਡਿਟੇਲ ਸਾਡੇ ਵੀਰ ਦੱਸਣਗੇ। 2014 'ਚ ਇੱਕ ਰੇਟ ਫਿਕਸ ਹੋਏ 65,000 ਰੁਪਇਆ, ਜਿਹੜਾ ਕਿ ਸੈਂਟਰ ਸਰਕਾਰ ਤੇ ਸਟੇਟ ਸੂਬੇ ਨੇ 50-50 ਦੇ ਰੇਸ਼ੋ ਨਾਲ, ਅੱਧੇ ਦੇ ਰੇਸ਼ੋ ਨਾਲ ਪੈਸੇ ਦੇਣੇ ਸੀਗੇ। ਐਜ਼ ਕੰਪਨਸੇਸ਼ਨ ਹਰ ਸਾਲ ਐਨੂਅਲੀ ਮਿਲਦੇ ਸੀਗੇ।
65,000 ਕੁਝ ਵੀ ਨਹੀਂ ਹੁੰਦਾ ਸਾਲ ਦਾ। ਫਿਰ ਦੁਬਾਰਾ ਇਹਨਾਂ ਨੇ ਕੇਸ ਫਾਈਲ ਕੀਤਾ ਦਾ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਵਰਸਸ ਯੂਨੀਅਨ ਆਫ ਇੰਡੀਆ, ਪੰਜਾਬ ਸਰਕਾਰ ਵੀ ਉਸ ਪਾਰਟੀ ਸੀ। ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣੀ, ਕਮੇਟੀ ਨੇ 10,000 ਦੀ ਰਿਕਮੈਂਡੇਸ਼ਨ ਦਿੱਤੀ ਆਨਰੇਬਲ ਹਾਈ ਕੋਰਟ ਨੂੰ, ਤੇ 2015 ਚ ਆਰਡਰ ਹੋਇਆ ਕਿ ਇੱਕ ਤਾਂ 10,000 ਰੁਪਏ ਰੇਟ ਦਿੱਤਾ ਜਾਵੇ, 5,000 ਸੈਂਟਰ ਤੋਂ ਆਉਣਾ, 5,000 ਸਟੇਟ ਨੇ ਦੇਣਾ, ਤੇ ਦੂਜਾ ਇੱਕ ਟ੍ਰਿਬਿਊਨਲ ਬਣਾਇਆ ਜਾਵੇ ਕਿ ਇਹਦਾ ਪੱਕਾ ਇਲਾਜ ਕੀਤਾ ਜਾਵੇ, ਕਿ ਇਹਨੂੰ ਨੋਟੀਫਾਈ ਕੀਤਾ ਜਾਵੇ, ਨੋਟੀਫਾਈ ਕਰਕੇ ਇਹਨਾਂ ਦੀ ਲੈਂਡ ਅਕਵਾਇਰ ਕੀਤਾ ਜਾਵੇ, ਇਹਨਾਂ ਨੂੰ ਬਣਦਾ ਕੰਪਨਸੇਸ਼ਨ ਦਿੱਤਾ ਜਾਵੇ ਤਾਂ ਕਿ ਰੋਜ਼-ਰੋਜ਼ ਦਾ ਕੰਮ ਖਤਮ ਹੋ ਜਾਵੇ। ਪਰ ਸਰਕਾਰਾਂ ਨੇ ਟ੍ਰਿਬਿਊਨਲ ਬਣਾ ਕੇ ਅੱਜ ਤੱਕ ਸ਼ਾਂਤ ਰਹੀਆਂ। ਤੇ ਮੈਂ ਬੇਨਤੀ ਕਰੂੰਗਾ ਆਪਣੇ ਵੀਰ ਨੂੰ ਕਿ ਉਹ ਅੱਗੇ ਇਸ ਮੁੱਦੇ ਤੇ ਗੱਲ ਕਰਨ ਖੁੱਲ੍ਹ ਕੇ, ਕਿਉਂਕਿ ਉਹ ਗਰਾਊਂਡ ਸਿਚੁਏਸ਼ਨ ਜਾਣਦੇ ਨੇ। ਅਸੀਂ ਤਾਂ ਸਿਰਫ ਲੀਗਲ ਤੇ ਟੈਕਨੀਕਲ ਗੱਲ ਕਰ ਸਕਦੇ ਹਾਂ, ਤੇ ਉਸ ਤੋਂ ਬਾਅਦ ਮੈਂ ਫਿਰ ਇਸੇ ਮੁੱਦੇ 'ਤੇ 2 ਲਾਈਨਾਂ ਫਿਰ ਬੋਲੂੰਗਾ।